तूता वांगू पाल के फसल नहीं हो विकदी, रोलता किसान साली हजे भी ना टिकदी। बह के सी च बयान बस लिखदी, कहंदी छड्डो जिमीदारो बिना गल्लों मरना। ओ हक मिलदा नहीं जिम्मा चिर जिमीदारां नूं लगू सड़कां ते सरकारे एवें तरना। MSP एक इदां दी चीज़ है जिहड़ी किसानां नूं श्योर करदी है कि तुहाडी फसल घੱਟ ਤੋਂ ਘੱਟ इस रेट तो थल्ले नहीं जाऊगी। उन्होंने सिर्फ अपडेट पाई है, पर बिल दे विच मैनूं नहीं लगदा रिटन दे विच कोई क्लॉज नहीं हैगी। बिल दे विच जे कोई क्लैन पा देण कि MSP नाल कोई छेड़छाड़ नहीं होएगी, इस तो घੱਟ कोई कंपनी तुहाडी फसल नहीं खरीदेगी। आई थिंक रौला उसी दिन अद्धा रौला खत्म हो जाना है। मैं एक किसान हाँ या ABCD कोई किसान है, ਉਹਦੀ सिस्टर ਦਾ ਵਿਆਹ ਹੈ, ਉਹਦੀ ਬੇਟੀ ਦਾ ਵਿਆਹ ਹੈ, ਉਹਨੂੰ ਪੈਸੇ ਦੀ ਲੋੜ ਪੈਂਦੀ ਹੈ ਤਾਂ ਉਹ ਸਿੱਧਾ ਆੜਤੀ ਕੋਲ ਜਾਂਦਾ ਹੈ। 5-10-20 ਲੱਖ ਜਿੰਨੇ ਰੁਪਏ ਦੀ ਲੋੜ ਹੈ, ਅੱਧੀ ਰਾਤ ਨੂੰ ਵੀ ਕਈ ਵਾਰ ਲੋੜ ਪੈ ਸਕਦੀ ਹੈ ਤਾਂ ਉਹਦੇ ਕੋਲੋਂ ਲੈ ਲੈਂਦਾ ਹੈ। ਇੱਕ ਤਰੀਕੇ ਨਾਲ ਆੜਤੀ ਹੈ ਜਿਹੜਾ ਕਿਸਾਨਾਂ ਦਾ ATM ਹੈ, ਦੁੱਖ ਸੁੱਖ 'ਚ ਵੀ ਉਹਦੇ ਨਾਲ ਖੜਦਾ ਹੈ। ਇਹ ਸਿਸਟਮ ਖਤਮ ਹੋ ਜਾਣਾ। ਇੱਕ ਪਬਲਿਕ ਫਿਗਰ ਹੈਗੇ ਹੋ ਤੇ ਕਿਤੇ ਨਾ ਕਿਤੇ ਜਦ ਇੱਕ ਇਨਸਾਨ ਬਾਲੀਵੁੱਡ ਦੇ ਵਿੱਚ ਆਉਂਦਾ ਹੈ ਨਾ, ਸੋ ਉਹਦਾ ਨੈਕਸਟ ਜਿਹੜਾ ਟਾਰਗੇਟ ਹੁੰਦਾ ਹੈ ਜਾਂ ਫਿਰ ਸਟੈਪ ਹੁੰਦਾ ਹੈ ਉਹ ਬਾਲੀਵੁੱਡ ਵੱਲ ਨੂੰ ਹੁੰਦਾ ਹੈ। ਬਟ ਤੁਸੀਂ ਤਾਂ ਬਾਲੀਵੁੱਡ ਦੀ ਕੁਈਨ ਨਾਲ ਡਾਇਰੈਕਟ ਪੰਗਾ ਲੈ ਲਿਆ, ਸੋ ਉਹਦੇ ਪਿੱਛੇ ਕੀ ਸੀ? ਕਾਫੀ ਟਾਈਮ ਤੋਂ ਕੰਗਣਾ ਦਾ ਮੈਂ ਪਰਸਨਲੀ ਫੈਨ ਰਿਹਾ ਤੇ ਮੈਂ ਸਮਝਦਾ ਸੀਗਾ ਉਹ ਇੱਕ ਸ਼ੇਰਨੀ ਵਾਂਗੂ ਹੈ ਜਿਹੜੀ ਸੱਚ ਦੇ ਨਾਲ ਖੜਦੀ ਹੈ ਔਰ ਸੱਚ ਬੋਲਣ ਤੋਂ ਡਰਦੀ ਨਹੀਂ ਹੈਗੀ। ਪਰ ਪਿਛਲੀ 3-4 ਅਪਡੇਟਾਂ ਉਹਦੀਆਂ ਨੇ ਉਹ ਦਿਲ ਸਾਡਾ ਤੋੜਤਾ। ਨੂੰ ਅਖਬਾਰ ਨਾ ਮਿਲੇ ਚੱਲੂਗਾ, ਕਾਰ ਨਾ ਮਿਲੇ ਚੱਲੂਗਾ, ਤੁਹਾਨੂੰ ਚਾਹ ਨਾ ਮਿਲੇ, ਰੋਟੀ ਨਾ ਮਿਲੇ, ਹੈ ਨਾ, ਸਵੇਰੀ ਪਰੌਂਠਾ ਨਾ ਮਿਲੇ, ਦਹੀਂ ਨਾ ਮਿਲੇ, ਤੁਸੀਂ 4 ਦਿਨ ਨਹੀਂ ਗੁਜ਼ਾਰਾ ਕਰ ਸਕਦੇ। ਇਹ ਸਿਰਫ ਇੱਕ ਫਾਰਮਰ ਕਰਕੇ ਹੈ। ਆਈ ਥਿੰਕ ਉਹਨੂੰ ਇਹਦੀ ਵੈਲਿਊ ਦਾ ਨਹੀਂ ਪਤਾ ਔਰ TRP ਦੇ ਚੱਕਰ 'ਚ ਉਹ ਜੋ ਮਰਜ਼ੀ ਲਿਖ ਦਿੰਦੀ ਹੈ। ਇਸ ਕਰਕੇ ਬੜਾ ਦੁੱਖ ਲੱਗਿਆ ਸਾਨੂੰ ਔਰ ਸਾਡੇ ਤਾਂ ਮਨੋਂ ਲੈ ਗਈ ਹੈ। ਬॉयਕਟ ਬਾਲੀਵੁੱਡ ਨੂੰ ਨਹੀਂ ਕਰਦੇ, ਕੰਗਨਾ ਨੂੰ ਬॉयਕਟ ਕਰ ਸਕਦੇ ਆ ਪੰਜਾਬ ਇੰਡਸਟਰੀ 'ਚ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਸੋਨਾਲੀ। ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨ ਬਿੱਲ ਪਾਸ ਕੀਤੇ ਗਏ ਨੇ ਉਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਨੇ, ਉਸ ਦੇ ਵਿਚਕਾਰ ਬਹੁਤ ਸਾਰੇ ਲੋਕੀ ਜਿਹੜੇ ਆ ਸਾਹਮਣੇ ਆ ਕੇ ਆਪਣਾ ਪੱਖ ਰੱਖ ਰਹੇ ਨੇ। ਅਕਾਲੀ ਦਲ ਦੀ ਹਰਸਿਮਰਤ ਕੌਰ ਨੇ ਵੀ ਜਿਹੜਾ ਇਸਤੀਫਾ ਦੇ ਦਿੱਤਾ ਹੈ ਤੇ ਕੇਂਦਰ ਸਰਕਾਰ ਨੇ ਉਹ ਬਿੱਲ ਪਾਸ ਕੀਤਾ ਹੈ ਤੇ ਕਿਤੇ ਨਾ ਕਿਤੇ ਸਭ ਨੂੰ ਜਿਹੜਾ ਹੈ ਇੱਕ ਅਵੇਅਰ ਹੋ ਚੁੱਕਿਆ ਹੈ। ਤੇ ਉਸ ਦੇ ਜਿਹੜੇ ਪੰਜਾਬੀ ਸਿੰਗਰਸ ਦੀ ਅਸੀਂ ਗੱਲ ਕਰੀਏ, ਬਾਲੀਵੁੱਡ ਇੰਡਸਟਰੀ ਦੀ ਗੱਲ ਕਰੀਏ, ਸਿੱਧੂ ਮੂਸੇਵਾਲਾ, ਬੱਬੂ ਮਾਨ ਤੇ ਹੋਰ ਵੀ ਬਥੇਰੇ ਸਿੰਗਰ ਜਿਹੜੇ ਨੇ ਅੱਗੇ ਆਏ ਨੇ। ਵੈਲ ਕਿਸਾਨ ਜਿਹੜੇ ਹੈਗੇ 25 ਆਫ ਇਸ ਸੈਪਟੈਂਬਰ ਨੂੰ ਜਿਹੜਾ ਹੈ ਉਹਨਾਂ ਵੱਲੋਂ ਜੋ ਹੈ ਵਿਰੋਧ ਕੀਤਾ ਜਾਵੇਗਾ ਇਸ ਗੱਲ ਦਾ। ਤੇ ਇਸ ਪੂਰੀ ਵਾਰਦਾਤ ਤੇ ਰੇਸ਼ਮ ਸਿੰਘ ਅਨਮੋਲ ਜੀ ਦਾ ਕੀ ਕਹਿਣਾ ਹੈ, ਜਿਹੜੇ ਯੂਜੂਲੀ ਸ਼ਾਇਦ ਬਹੁਤ ਘੱਟ ਗੱਲਾਂ ਤੇ ਆਪਣਾ ਮੁੱਦਾ ਜਿਹੜਾ ਹੈ ਗੱਲ ਨੂੰ ਬਣਾਉਂਦੇ ਨੇ ਤੇ ਆਪਣਾ ਪੁਆਇੰਟ ਆਫ ਵਿਊ ਰੱਖਦੇ ਨੇ, ਬਟ ਇਸ ਕਿਸਾਨ ਵਿਰੋਧੀ ਬਿੱਲ ਤੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਤੇ ਨਾਲ ਹੀ ਸੋਸ਼ਲ ਮੀਡੀਆ ਤੇ ਜੋ ਕਿ ਬਵਾਲ ਬਣ ਚੁੱਕਿਆ ਹੈ। ਕੀ ਆ ਸਾਰਾ ਮੁੱਦਾ ਇਹਨਾਂ ਤੋਂ ਜਾਣਦੇ ਆ। ਸਭ ਤੋਂ ਪਹਿਲਾਂ ਡੇਲੀ ਪੋਸਟ ਤੇ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਰੇਸ਼ਮ ਜੀ ਮੈਂ ਜਾਣਨਾ ਚਾਹਾਂਗੀ ਕਿਸਾਨ ਵਿਰੋਧੀ ਜਿਹੜਾ ਇਹ ਹੈਗਾ ਬਿੱਲ ਜਿਹੜਾ ਪਾਸ ਹੋਇਆ ਹੈ, ਕਿਉਂਕਿ ਮੈਂ ਸਭ ਨੂੰ ਇਹ ਵੀ ਜ਼ਰੂਰ ਦੱਸਣਾ ਚਾਹਾਂਗੀ ਕਿ ਤੁਸੀਂ ਆਪ ਵੀ ਇੱਕ ਕਿਸਾਨੀ ਪੁੱਤ ਹੈਗੇ ਹੋ। ਤੁਹਾਡੀ ਵੀਡੀਓਜ਼ ਜਿਹੜੀ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਉਹ ਤੁਸੀਂ ਹਮੇਸ਼ਾ ਕਿਸਾਨ ਨੂੰ ਫੇਵਰ ਕਰਦੇ ਹੋ ਤੇ ਇਹ ਵੀ ਇੱਕ ਗੱਲ ਜ਼ਰੂਰ ਆ ਕਿ ਤੁਸੀਂ ਬਹੁਤ ਘੱਟ ਮੁੱਦਿਆਂ ਤੇ ਬੋਲਦੇ ਹੋ। ਸੋ ਇਸ ਬਿੱਲ ਬਾਰੇ ਤੁਸੀਂ ਕੀ ਸੋਚਦੇ ਹੋ? ਬਿਲਕੁਲ ਜੀ, ਇਸ ਬਿੱਲ 'ਚ 3-4 ਪੁਆਇੰਟਸ ਹੈਗੇ ਆ ਜਿਨ੍ਹਾਂ ਨੂੰ ਲੈ ਕੇ ਇਕੱਲੇ ਮੈਨੂੰ ਨਹੀਂ ਸਾਰਿਆਂ ਨੂੰ ਪ੍ਰੋਬਲਮਸ ਹੈਗੀਆਂ। ਫਿਊਚਰ ਦੇ ਵਿੱਚ ਡਾਊਟਸ ਜਿਹੜੇ ਹੈਗੇ ਆ ਉਹ ਕਲੀਅਰ ਨਹੀਂ ਹੋ ਪਾ ਰਹੇ। ਸਭ ਤੋਂ ਪਹਿਲਾਂ ਡਾਊਟ ਹੈਗਾ MSP ਨੂੰ ਲੈ ਕੇ ਆ, ਜਿਹੜਾ ਮਿਨੀਮਮ ਸਪੋਰਟਸ ਪ੍ਰਾਈਜ਼ ਹੈ ਗੌਰਮੈਂਟ ਜਿਹਨੂੰ ਤੈਅ ਕਰਦੀ ਆ। ਹਾਲਾਂਕਿ ਸਤਿਕਾਰਯੋਗ PM ਸਾਹਿਬ ਨੇ ਅਪਡੇਟ ਵੀ ਕੀਤਾ ਹੈ ਕਿ ਇਹਦੇ ਨਾਲ ਛੇੜਛਾੜ ਨਹੀਂ ਕੀਤੀ ਜਾਊਗੀ। MSP ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਕਿਸਾਨਾਂ ਨੂੰ ਸ਼ੋਰ ਕਰਦੀ ਹੈ ਕਿ ਤੁਹਾਡੀ ਫਸਲ ਘੱਟ ਤੋਂ ਘੱਟ ਇਸ ਰੇਟ ਤੋਂ ਥੱਲੇ ਨਹੀਂ ਜਾਊਗੀ। ਉਹਨਾਂ ਨੇ ਸਿਰਫ ਅਪਡੇਟ ਪਾਈ ਹੈ, ਪਰ ਬਿੱਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਰਿਟਨ ਦੇ ਵਿੱਚ ਕੋਈ ਕਲੌਜ਼ ਨਹੀਂ ਹੈਗੀ। ਬਿੱਲ ਦੇ ਵਿੱਚ ਜੇ ਕੋਈ ਕਲੈਨ ਪਾ ਦੇਣ ਕਿ MSP ਨਾਲ ਕੋਈ ਛੇੜਛਾੜ ਨਹੀਂ ਹੋਏਗੀ, ਇਸ ਤੋਂ ਘੱਟ ਕੋਈ ਕੰਪਨੀ ਤੁਹਾਡੀ ਫਸਲ ਨਹੀਂ ਖਰੀਦੇਗੀ। ਆਈ ਥਿੰਕ ਰੌਲਾ ਉਸੇ ਦਿਨ ਅੱਧਾ ਰੌਲਾ ਖਤਮ ਹੋ ਜਾਣਾ ਹੈ। ਦੂਜੀ ਜਿਹੜੀ ਕਿਸਾਨਾਂ ਦੀ ਪ੍ਰੋਬਲਮ ਹੈ, ਮੈਨੂੰ ਵੀ ਪਰਸਨਲੀ ਲੱਗਦਾ ਹੈ ਜਿਹੜਾ ਸਿਸਟਮ ਹੈਗਾ, ਜੇ ਕੋਈ ਡਿਸਪਿਊਟ ਹੁੰਦਾ, ਸਪੋਜ਼ ਕਰੋ ਕੰਪਨੀ ਨੇ ਸਾਡਾ ਫਸਲ ਖਰੀਦ ਲਈ ਸਾਡੀ, ਕੱਲ੍ਹ ਨੂੰ ਉਹਨੇ ਸਾਡੇ ਪੈਸੇ ਨਹੀਂ ਦਿੱਤੇ, ਜਿਹੜਾ ਕੇਸ ਹੈਗਾ ਉਹ ਸਿੱਧਾ ਜਾਊਗਾ SDM ਕੋਲ, ਜਦ ਕਿ ਕਿਸਾਨ ਕੋਲ ਕੋਰਟ ਜਾਣ ਦਾ ਆਪਸ਼ਨ ਨਹੀਂ ਹੈਗਾ। ਇਹਦੇ 'ਚ ਇਹ ਵੀ ਮੈਂਸ਼ਨ ਹੋਣਾ ਚਾਹੀਦਾ ਬਿੱਲ ਦੇ ਵਿੱਚ ਵੀ ਜੇ ਬੰਦਾ ਸੈਟਿਸਫਾਈ ਨਹੀਂ ਹੈਗਾ SDM ਤੋਂ, ਉਹ ਕੋਰਟ ਦੇ ਵਿੱਚ ਵੀ ਜਾ ਸਕਦਾ ਐਟ ਦੀ ਐਂਡ, ਕਿਉਂਕਿ ਕੱਲ੍ਹ ਨੂੰ SDM ਜਿਹੜਾ ਪੈਸੇ ਵਾਲਾ ਬੰਦਾ ਹੈ, ਕੋਈ ਕੰਪਨੀ ਹੈ, ਹੋ ਸਕਦਾ ਰਿਸ਼ਵਤ ਲੈ ਕੇ ਉਹਦੀ ਸੁਣੇ, ਫਿਰ ਕਿਸਾਨ ਕਿੱਥੇ ਜਾਊਗਾ। ਤੀਜੀ ਜਿਹੜੀ ਸਾਡੀ ਪ੍ਰੋਬਲਮ ਹੈਗੀ ਹੈ, ਜਿਹੜਾ ਇੱਕ ਆੜਤੀ ਸਿਸਟਮ ਹੈ। ਹੁਣ ਮੈਂ ਇੱਕ ਕਿਸਾਨ ਹਾਂ ਜਾਂ ABCD ਕੋਈ ਕਿਸਾਨ ਹੈ, ਉਹਦੀ ਸਿਸਟਰ ਦਾ ਵਿਆਹ ਹੈ, ਉਹਦੀ ਬੇਟੀ ਦਾ ਵਿਆਹ ਹੈ, ਉਹਨੂੰ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਉਹ ਸਿੱਧਾ
ਆੜਤੀ ਕੋਲ ਜਾਂਦਾ ਹੈ 5 10 20 ਲੱਖ ਜਿੰਨੇ ਰੁਪਏ ਦੀ ਲੋੜ ਹੈ, ਅੱਧੀ ਰਾਤ ਨੂੰ ਵੀ ਕਈ ਵਾਰ ਲੋੜ ਪੈ ਸਕਦੀ ਹੈ ਤਾਂ ਉਹਦੇ ਕੋਲੋਂ ਲੈ ਲੈਂਦਾ ਹੈ। ਇੱਕ ਤਰੀਕੇ ਨਾਲ ਆੜਤੀ ਹੈ ਜਿਹੜਾ ਉਹ ਕਿਸਾਨਾਂ ਦਾ ATM ਹੈ, ਦੁੱਖ ਸੁੱਖ 'ਚ ਵੀ ਉਹਦੇ ਨਾਲ ਖੜਦਾ ਹੈ। ਇਹ ਸਿਸਟਮ ਖਤਮ ਹੋ ਜਾਣਾ। ਇਹ ਫੈਸਿਲਿਟੀ ਕੋਈ ਵੀ ਕੰਪਨੀ ਹੈ ਉਹ ਕਿਸੇ ਕਿਸਾਨ ਨੂੰ ਸ਼ਾਇਦ ਨਹੀਂ ਦੇਊਗੀ। ਨੈਕਸਟ ਜਿਹੜੀ ਗੱਲ ਹੈਗੀ ਹੈ, ਸੈਂਟਰ ਗੌਰਮੈਂਟ ਚਾਹੁੰਦੀ ਹੈ ਕਿ ਇੱਕ ਕੰਪੀਟੀਸ਼ਨ ਪੈਦਾ ਹੋਵੇ। ਬਹੁਤ ਵਧੀਆ ਗੱਲ ਹੈ, ਇਹਨੂੰ ਐਪਰੀਸ਼ੀਏਟ ਕਰਦੇ ਹਾਂ ਆਪਾਂ। ਉਹਨਾਂ ਨੇ ਪੋਜ਼ਿਟਿਵ ਸੋਚਿਆ ਕਿ ਕਿਸਾਨਾਂ ਦੀ ਫਸਲਾਂ ਦੇ ਜਿਹੜੇ ਰੇਟ ਹੈ ਉਹ ਵਧਣੇ ਚਾਹੀਦੇ ਆ। ਪਰ ਡਰ ਇਸ ਗੱਲ ਦਾ ਹੈ, ਜਦੋਂ 5-7 ਕੰਪਨੀਆਂ ਵੱਡੀਆਂ ਸਾਡਾ ਮਾਲ ਖਰੀਦਣ ਆ ਗਈਆਂ, 2 ਸਾਲ ਬਾਅਦ ਉਹਨਾਂ ਨੇ ਆਪਸ ਦੇ ਵਿੱਚ ਸੈਟਿੰਗ ਕਰ ਲਈ ਕਿ ਇਸ ਤੋਂ ਵੱਧ ਆਪਾਂ ਰੇਟ ਨਹੀਂ ਲਾਵਾਂਗੇ, ਫਿਰ ਉਹੀ ਪ੍ਰੋਬਲਮ ਆਏਗੀ। ਕਿਉਂਕਿ ਲਾਅ ਦੇ ਵਿੱਚ ਤਾਂ ਲਿਖਿਆ ਨਹੀਂ ਹੋਇਆ ਕਿਤੇ ਵੀ ਕਿ ਇਸ ਤੋਂ MSP ਦਾ ਰੇਟ ਹੈਗਾ ਨਹੀਂ ਹੈਗਾ। ਉਹ ਆਪਸ ਦੇ ਵਿੱਚ ਸੈਟਿੰਗ ਕਰਕੇ ਕਿਸਾਨ ਦਾ ਰੇਟ ਘੱਟ ਕਰ ਸਕਦੀਆਂ। ਅਤੇ ਜਿਹੜਾ ਕੰਪੀਟੀਸ਼ਨ ਹੈਗਾ, ਜੇ ਤੁਸੀਂ ਕੰਪੀਟੀਸ਼ਨ ਵਾਕਈ 'ਚ ਵਧਾਉਣਾ ਚਾਹੁੰਦੇ ਹੋ, ਆੜਤੀਆਂ ਨੂੰ ਵੀ ਰੱਖੋ ਅਤੇ ਕੰਪਨੀਆਂ ਨੂੰ ਵੀ ਰੱਖੋ। ਆਈ ਥਿੰਕ ਹੋਰ ਹੈਲਦੀ ਕੰਪੀਟੀਸ਼ਨ ਵਧੇਗਾ, ਕਿਉਂਕਿ ਜਦੋਂ ਆੜਤੀ ਵੀ ਮੈਦਾਨ 'ਚ ਹੋਣਗੇ, ਕੰਪਨੀਆਂ ਵੀ ਹੋਣਗੀਆਂ, ਇੱਕ ਜ਼ਿਮੀਂਦਾਰ ਨੂੰ ਵਧੀਆ ਰੇਟ ਮਿਲੇਗਾ। ਹੁਣ ਇੱਕ ਐਗਜ਼ਾਮਪਲ ਹੈ ਛੋਟਾ ਜਿਹਾ, ਸਪੋਜ਼ ਕਰੋ 5-7 ਰੁਪਏ ਰੇਟ ਹੈ ਆਲੂਆਂ ਦਾ ਜਾਂ ਟਮੈਟੋਜ਼ ਦਾ, ਹੈ ਨਾ। ਤਾਂ ਤੁਸੀਂ ਮਾਰਕੀਟ ਦੇ ਵਿੱਚ ਚਿਪਸ ਖਰੀਦਣ ਜਾਓ ਜਾਂ ਤੁਸੀਂ ਫਰੈਂਚ ਫਰਾਈ ਲੈਣ ਜਾਓ, ਗ੍ਰਾਮਾਂ 'ਚ ਮਿਲਦੀ ਹੈ ਨਾ, 50 ਰੁਪਏ ਦੀ 100 ਗ੍ਰਾਮ, 50 ਗ੍ਰਾਮ। ਜਾਂ ਟਮੈਟੋ ਕੈਚਅਪ ਲੈ ਲਓ, ਉਹ ਵੀ ਹੈ ਨਾ 100 ਰੁਪਏ ਦੀ ਬੋਟਲ ਮਿਲਦੀ ਹੈ। ਜਦੋਂ ਕਿ ਜਿਹੜਾ ਬਣਾਉਣ ਵਾਲਾ ਕਿਸਾਨ ਹੈ, ਉਹਨੂੰ ਅਸਲੀ ਮੈਨੂਫੈਕਚਰਰ ਹੈ, ਉਹ ਤੁਸੀਂ ਉਦੋਂ ਫਰੀ 'ਚ ਨਹੀਂ, ਕਈ ਵਾਰੀ ਉਹ ਸੜਕਾਂ 'ਤੇ ਸੁੱਟਦਾ ਉਹਨੂੰ। ਅਤੇ ਇੱਦਾਂ ਦੀ ਜਿਹੜੀ ਪ੍ਰੋਬਲਮਸ ਹੈਗੀਆਂ ਕਿਸਾਨਾਂ ਨਾਲ ਹੈਗੀਆਂ। ਇੱਕ ਮੈਂ ਪਰਸਨਲੀ ਇੱਦਾਂ ਸੋਚਦਾ ਕਿ ਜਿਹੜਾ ਇੱਕ ਮਿਨੀਮਮ ਪ੍ਰਾਈਸ ਹੈ, ਇੱਕ ਮੈਕਸੀਮਮ ਦਾ ਵੀ ਲਾਅ ਹੋਣਾ ਚਾਹੀਦਾ ਕਿ ਜ਼ਿਮੀਂਦਾਰ ਤੋਂ ਦੇ ਸਮਾਨ ਦੀ ਬਣੀ ਹੋਈ ਚੀਜ਼ ਜੇ ਸਪੋਜ਼ ਕਰੋ 5 ਰੁਪਏ ਦੀ ਲੈ ਕੇ ਉਹ 100 ਦੀ ਵਿਕਦੀ ਆ, ਉਹਦੇ 'ਚ ਕਿਸਾਨ ਦਾ ਸ਼ੇਅਰ ਹੋਣਾ ਚਾਹੀਦਾ। ਕਿਉਂਕਿ ਜਿਹੜਾ ਅਸਲੀ ਮਿਹਨਤ ਕਰਨ ਵਾਲਾ ਉਹ ਭੁੱਖਾ ਮਰ ਰਿਹਾ। ਅਤੇ ਮੇਰੇ ਵਰਗੇ ਮੂਰਖ ਕਈ ਸਟੋਰਾਂ 'ਚ ਬਹਿ ਕੇ, ਏਸੀਆਂ 'ਚ ਬਹਿ ਕੇ ਇੰਨੇ ਕਮਾਈ ਕਰਨ ਵਾਲੇ ਇਨਸਾਨ ਦੇ ਸਿਰ 'ਤੇ ਰਾਜ ਕਰੀ ਜਾਂਦੇ ਆ। ਉਹ ਸਾਰੀ ਉਮਰ ਉਹਦੀ ਲੰਘ ਜਾਂਦੀ ਹੈ ਖੇਤਾਂ 'ਚ ਰਗੜਦੇ ਦੀ। ਜੀ, ਇੱਥੇ ਤੁਹਾਨੂੰ ਇੰਟਰਪਟ ਜ਼ਰੂਰ ਕਰਨਾ ਚਾਹਾਂਗੀ। ਰੇਸ਼ਮ ਜੀ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਕਿਸਾਨਾਂ ਦੇ ਜਿਹੜੇ ਪੱਖ ਵਿੱਚ ਰਹਿ ਕੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੈ। ਸ਼ਾਇਦ ਸਾਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਪਈ। ਉਸ ਤੋਂ ਪਹਿਲਾਂ ਮੈਂ ਜ਼ਰੂਰ ਕਹਿਣਾ ਚਾਹਾਂਗੀ, ਤੁਸੀਂ ਇੱਕ ਪਬਲਿਕ ਫਿਗਰ ਹੈਗੇ ਹੋ, ਅਤੇ ਕਿਤੇ ਨਾ ਕਿਤੇ ਜਦ ਇੱਕ ਇਨਸਾਨ ਬਾਲੀਵੁੱਡ ਦੇ ਵਿੱਚ ਆਉਂਦਾ ਹੈ ਨਾ, ਸੋ ਉਹਦਾ ਨੈਕਸਟ ਜਿਹੜਾ ਟਾਰਗੇਟ ਹੁੰਦਾ ਹੈ ਜਾਂ ਫਿਰ ਸਟੈਪ ਹੁੰਦਾ ਹੈ, ਉਹ ਬਾਲੀਵੁੱਡ ਵੱਲ ਨੂੰ ਹੁੰਦਾ ਹੈ। ਬਟ ਤੁਸੀਂ ਤਾਂ ਬਾਲੀਵੁੱਡ ਦੀ ਕੁਈਨ ਨਾਲ ਡਾਇਰੈਕਟ ਪੰਗਾ ਲੈ ਲਿਆ, ਸੋ ਉਹਦੇ ਪਿੱਛੇ ਕੀ ਸੀ? ਨਹੀਂ, ਐਕਚੁਅਲੀ ਸਾਡਾ ਕਿਸੇ ਨਾਲ ਪੰਗਾ ਲੈਣ ਦੀ ਨਾ ਤਾਂ ਔਕਾਤ ਹੈ, ਨਾ ਆਪਾਂ ਲੈਣਾ ਚਾਹੁੰਦੇ ਹਾਂ। ਕੰਗਣਾ ਨੇ ਆਈ ਥਿੰਕ ਪਰਸੋਂ ਇੱਕ ਅਪਡੇਟ ਪਾਈ ਸੀਗੀ ਕਿ ਜਿਹੜਾ ਐਗਰੀਕਲਚਰ ਆਰਡੀਨੈਂਸ ਹੈ, ਇਹਦਾ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹ ਟੈਰਰਿਸਟ ਨੇ। ਤਾਂ ਇਹ ਗੱਲ ਇਕੱਲੇ ਮੈਨੂੰ ਨਹੀਂ, ਆਈ ਥਿੰਕ ਸਾਰਿਆਂ ਨੂੰ ਬਹੁਤ ਚੁਭੀ। ਜੇ ਤਾਂ ਉਹ ਕਹਿੰਦੀ ਕਿ ਬਿੱਲ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਜਾਂ ਆਪ ਪਾਰਟੀ, ਅਕਾਲੀ ਦਲ, ਸਮਾਜਵਾਦੀ, ABCD ਐਨੀ ਪਾਰਟੀ, ਉਹ ਗਲਤ ਨੇ, ਟੈਰਰਿਸਟ ਨੇ, ਨੋ ਡਾਊਟ, ਕੋਈ ਪ੍ਰੋਬਲਮ ਨਹੀਂ ਸੀਗੀ। ਪਰ ਉਹਨੇ ਕਿਹਾ ਕਿ ਬਿੱਲ ਦਾ ਵਿਰੋਧ ਕਰਨ ਵਾਲੇ ਉਗਰਵਾਦੀਆਂ ਵਾਂਗੂ ਨੇ। ਇਹ ਤਾਂ ਸਿੱਧੀ ਗੱਲ ਹੈ ਨਾ, ਕਿਸਾਨਾਂ 'ਤੇ ਆ ਗਈ, ਕਿਉਂਕਿ ਵਿਰੋਧ ਤਾਂ ਕਿਸਾਨ ਕਰ ਰਹੇ ਨੇ। ਤਾਂ ਇਹ ਸਾਨੂੰ ਬੜੀ ਚੁਭੀ ਗੱਲ। ਕਾਫੀ ਟਾਈਮ ਤੋਂ ਕੰਗਣਾ ਦਾ ਮੈਂ ਪਰਸਨਲੀ ਫੈਨ ਰਿਹਾ, ਅਤੇ ਮੈਂ ਸਮਝਦਾ ਸੀਗਾ ਉਹ ਇੱਕ ਸ਼ੇਰਨੀ ਵਾਂਗੂ ਹੈ, ਜਿਹੜੀ ਸੱਚ ਦੇ ਨਾਲ ਖੜ੍ਹਦੀ ਹੈ ਔਰ ਸੱਚ ਬੋਲਣ ਤੋਂ ਡਰਦੀ ਨਹੀਂ ਹੈਗੀ। ਪਰ ਪਿਛਲੀ 3-4 ਅਪਡੇਟਾਂ ਉਹਦੀਆਂ ਨੇ ਉਹ ਦਿਲ ਸਾਡਾ ਤੋੜਤਾ। ਇੱਕ ਤਾਂ ਜਦੋਂ ਉਹਨੇ ਕਿਹਾ ਕਿ ਜਿਹੜਾ ਮਹਾਰਾਸ਼ਟਰ ਹੈ ਉਹ ਪਾਕਿਸਤਾਨ ਵਾਂਗੂ ਹੈ, ਉਹ ਵਧੀਆ ਨਹੀਂ ਸੀਗੀ ਗੱਲ। ਉਹ ਇੱਕ ਪੋਲੀਟੀਕਲ ਗੱਲ ਜ਼ਿਆਦਾ ਲੱਗਦੀ ਸੀਗੀ, ਹੈ ਨਾ। ਅਤੇ ਅਗਲੀ ਗੱਲ ਜਿਹੜੀ ਉਹਨੇ ਕਹੀ ਹੈ ਕਿ ਮੇਰਾ ਜਿਹੜੇ ਕਿਸਾਨ ਨੇ ਜਿਹੜਾ ਵਿਰੋਧ ਕਰ ਰਹੇ ਨੇ ਉਹ ਆਤੰਕਵਾਦੀ ਨੇ, ਇਹਦੇ ਨਾਲ ਦਿਲ ਟੁੱਟ ਗਿਆ। ਕਿਉਂਕਿ ਆਈ ਥਿੰਕ ਉਹ ਕਿਸਾਨ ਪਰਿਵਾਰ ਤੋਂ ਬਿਲੋਂਗ ਨਹੀਂ ਕਰਦੀ। ਹੁਣ ਤਾਂ ਮੈਨੂੰ ਇੱਦਾਂ ਲੱਗਦਾ ਕਿ 24 ਘੰਟੇ ਉਹ ਐਡਿਕਟ ਹੋ ਚੁੱਕੀ ਹੈ TRP ਦੀ। ਉਹਨੂੰ ਹਰ ਟਾਈਮ ਕੋਈ ਵੱਡੀ TRP ਚਾਹੀਦੀ ਹੈ, ਜਾਂ ਤਾਂ ਉਹਨੂੰ ਆਈ ਥਿੰਕ ਮੈਂਟਲ ਪ੍ਰੋਬਲਮ ਹੈ, ਜਾਂ ਮੈਨੂੰ ਲੱਗਦਾ ਹੈ ਉਹ ਪੋਲੀਟਿਕਸ ਜੁਆਇਨ ਕਰਨਾ ਚਾਹੁੰਦੀ ਹੈ। ਕੋਈ ਮਾੜੀ ਗੱਲ ਨਹੀਂ, ਉਹ ਜੁਆਇਨ ਕਰੇ, ਉਹ ਤਾਂ ਸਤਿਕਾਰਯੋਗ ਹੈ। ਧੀਆਂ ਭੈਣਾਂ ਦਾ ਉੱਦਾਂ ਵੀ ਸਤਿਕਾਰ ਸਿਖਾਇਆ ਸਾਡੇ ਬਜ਼ੁਰਗਾਂ ਨੇ। ਪਰ ਕਈਆਂ ਨੂੰ ਆਈ ਥਿੰਕ ਸਤਿਕਾਰ ਕਰਾਉਣਾ ਨਹੀਂ ਹੁੰਦਾ, ਉਹਨਾਂ 'ਚੋਂ ਇੱਕ ਮੈਨੂੰ ਲੱਗ ਰਹੀ ਹੈ। ਇਸ ਕਰਕੇ ਉਹਨਾਂ ਨੂੰ 2-3 ਕੁਐਸਚਨ ਵੀ ਪੁੱਛੇ ਜੀ ਸੋਸ਼ਲ ਮੀਡੀਆ 'ਤੇ, ਕਿ ਉਹਨਾਂ ਨੂੰ ਪੁੱਛਿਆ ਸੀਗਾ ਕਿ ਸਾਨੂੰ ਪ੍ਰੂਵ ਕਰ ਦਿਓ ਕਿ ਕਿਹੜੇ ਐਂਗਲ ਨਾਲ ਜਿਹੜੇ ਫਾਰਮਰ ਹੈਗੇ ਆ ਆਤੰਕਵਾਦੀ ਨੇ। ਲੋਕਡਾਊਨ ਪੂਰੀ ਦੁਨੀਆ 'ਚ ਲੱਗਿਆ ਰਿਹਾ, ਸਿਰਫ ਕਿਸਾਨ ਸੀਗੇ ਜਿਨ੍ਹਾਂ ਦਾ ਲੋਕਡਾਊਨ ਨਹੀਂ ਸੀਗਾ। ਕਿਉਂਕਿ ਤੁਹਾਨੂੰ ਅਖਬਾਰ ਨਾ ਮਿਲੇ ਚੱਲੂਗਾ, ਕਾਰ ਨਾ ਮਿਲੇ ਚੱਲੂਗਾ, ਤੁਹਾਨੂੰ ਚਾਹ ਨਾ ਮਿਲੇ, ਰੋਟੀ ਨਾ ਮਿਲੇ, ਹੈ ਨਾ, ਸਵੇਰੇ ਪਰੌਂਠਾ ਨਾ ਮਿਲੇ, ਦਹੀਂ ਨਾ ਮਿਲੇ, ਤੁਸੀਂ 4 ਦਿਨ ਨਹੀਂ ਗੁਜ਼ਾਰਾ ਕਰ ਸਕਦੇ। ਇਹ ਸਿਰਫ ਇੱਕ ਫਾਰਮਰ ਕਰਕੇ ਹੈ। ਆਈ ਥਿੰਕ ਉਹਨੂੰ ਇਹਦੀ ਵੈਲਿਊ ਦਾ ਨਹੀਂ ਪਤਾ, ਔਰ TRP ਦੇ ਚੱਕਰ 'ਚ ਉਹ ਜੋ ਮਰਜ਼ੀ ਲਿਖ ਦਿੰਦੀ ਹੈ। ਇਸ ਕਰਕੇ ਬੜਾ ਦੁੱਖ ਲੱਗਿਆ ਸਾਨੂੰ, ਔਰ ਸਾਡੇ ਤਾਂ ਮਨੋਂ ਲੈ ਗਈ ਹੈ ਉਹ। ਜੀ,
ਬਹੁਤ ਵੱਡੀ ਸਟੇਟਮੈਂਟ ਆ ਕਿਉਂਕਿ ਇੰਡਸਟਰੀ ਕਿਤੇ ਨਾ ਕਿਤੇ ਮਿਲਦੀ ਆ। ਪੰਜਾਬ ਦੇ ਕਈ ਕਲਾਕਾਰ ਕੰਗਨਾ ਨਾਲ ਕੰਮ ਕਰ ਚੁੱਕੇ ਨੇ ਤੇ ਕਈ ਕਰਨਾ ਚਾਹੁੰਦੇ ਨੇ, ਕਈ ਜਾਣਾ ਚਾਹੁੰਦੇ ਨੇ। ਤੁਹਾਨੂੰ ਨਹੀਂ ਲੱਗਦਾ, ਇਹ ਵੀ ਦੱਸਣਾ ਚਾਹਾਂਗੇ ਕਿ ਤੁਹਾਡੇ ਨਾਲ ਕਿਤੇ ਨਾ ਕਿਤੇ ਰਣਜੀਤ ਬਾਵਾ ਜੀ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ ਤੇ ਉਹਨਾਂ ਨੂੰ ਵੀ ਟੀਮ ਕੰਗਨਾ ਰਣੌਤ ਵੱਲੋਂ ਜਿਹੜਾ ਆ ਬਲੌਕ ਕਰ ਦਿੱਤਾ ਗਿਆ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਉਹਨਾਂ ਦੀ ਟੀਮ ਨੇ। ਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿਹੜੇ ਪੰਜਾਬੀ ਸਿੰਗਰ ਆ ਉਹ ਜਿਹੜੇ ਬਾਲੀਵੁੱਡ ਵਿੱਚ ਜਾ ਰਹੇ ਨੇ, ਜਿੱਥੇ ਬਾਲੀਵੁੱਡ ਵਿੱਚ ਕੰਗਨਾ ਨੈਪੋਟਿਜ਼ਮ ਨੂੰ ਬੋਇਕਾਟ ਕਰਨ ਲਈ ਲੜ ਰਹੀ ਆ, ਡੋਂਟ ਯੂ ਥਿੰਕ ਪੰਜਾਬੀ ਆਰਟਿਸਟ ਨੂੰ ਬਾਲੀਵੁੱਡ ਨੂੰ ਬੋਇਕਾਟ ਕਰ ਦੇਣਾ ਚਾਹੀਦਾ ਹੈ? ਨਹੀਂ, ਬਾਲੀਵੁੱਡ ਤਾਂ ਐਕਚੁਅਲੀ ਪੰਜਾਬੀਆਂ ਨੂੰ ਪ੍ਰਮੋਟ ਕਰ ਰਿਹਾ। ਤੁਸੀਂ ਬਾਵੇ ਵੀਰੇ ਦੀ ਗੱਲ ਕੀਤੀ, ਮੈਂ 14-15 ਸਾਲ ਤੋਂ ਉਹਨੂੰ ਪਰਸਨਲੀ ਜਾਣਦਾ ਔਰ ਉਹ ਵੀ ਇਹਦੇ ਖਿਲਾਫ ਆਵਾਜ਼ ਚੁੱਕ ਰਿਹਾ। ਮੈਂ ਐਪਰੀਸ਼ੀਏਟ ਕਰਦਾ ਉਹਨੂੰ ਕਿਉਂਕਿ ਉਹ ਵੀ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦਾ, ਮੈਂ ਵੀ ਕਰਦਾ। ਸਾਨੂੰ ਚੰਗੀ ਤਰ੍ਹਾਂ ਪਤਾ ਕਿ ਸਾਡੀ ਪ੍ਰੋਬਲਮਸ ਕੀ ਨੇ। ਨੈਪੋਟਿਜ਼ਮ ਦੀ ਜੇ ਆਪਾਂ ਗੱਲ ਕਰਦੇ ਹਾਂ, ਮੈਂ ਸਪੋਰਟ ਕਰਦਾ ਕੰਗਣਾ ਦੀ, ਉਹਨੇ ਜਿੰਨਾ ਵੀ ਬੋਲਿਆ। ਔਰ ਕਾਫੀ ਸਾਰੇ ਮੈਂ ਵੀਡੀਓ ਸੁਸ਼ਾਂਤ ਦੀ ਮੌਤ ਤੋਂ ਬਾਅਦ ਜਿਹੜੇ ਦੇਖੇ ਹੈ ਕਿ ਵੱਡੇ ਜਿਹੜੇ ਸਟਾਰ ਨੇ ਕਿੱਦਾਂ ਸੁਸ਼ਾਂਤ ਨੂੰ ਇਨਸਲਟ ਕਰ ਰਹੇ ਆ ਪਬਲਿਕਲੀ ਇੱਕ ਵੱਡੀ ਸਟੇਜ ਦੇ ਉੱਤੇ। ਮੈਨੂੰ ਬਹੁਤ ਬੁਰਾ ਲੱਗਿਆ। ਕਿਸੇ ਨੂੰ ਫੇਵਰ ਕਰਨਾ, ਆਪਣੇ ਭੈਣ ਭਤੀਜੇ ਨੂੰ ਪ੍ਰਮੋਟ ਕਰਨਾ, ਰਿਸ਼ਤੇਦਾਰ ਨੂੰ, ਕੋਈ ਮਾੜੀ ਗੱਲ ਨਹੀਂ। ਮਾੜੀ ਗੱਲ ਉਦੋਂ ਆਉਂਦੀ ਹੈ ਜੇ ਤੁਸੀਂ ਕਿਸੇ ਤੀਜੇ ਬੰਦੇ ਨੂੰ ਕਹੋ ਕਿ ਇਹਨੂੰ ਅੱਗੇ ਨਹੀਂ ਆਉਣ ਦੇਣਾ। ਗੱਲ ਸਮਝ ਰਹੇ ਹੋ? ਉਦੋਂ ਚੀਜ਼ ਮਾੜੀ ਹੁੰਦੀ ਹੈ। ਇਹ ਨਹੀਂ ਹੋਣਾ ਚਾਹੀਦਾ। ਆਈ ਥਿੰਕ ਸੁਸ਼ਾਂਤ ਨਾਲ ਉਹ ਚੀਜ਼ ਹੋਈ ਹੈ। ਉਸ ਐਂਗਲ ਤੋਂ ਮੈਂ ਕੰਗਣਾ ਨੂੰ ਉਸ ਮੁੱਦੇ 'ਤੇ ਸਪੋਰਟ ਕਰਦਾ। ਪਰ ਆਈ ਥਿੰਕ ਹੁਣ ਮੈਨੂੰ ਲੱਗਦਾ ਉਹ ਰਾਹ ਭਟਕ ਗਈ ਹੈ। ਉਹਨੂੰ ਉਹਦੇ ਨਾਲ ਇੰਨੀ TRP ਮਿਲ ਗਈ, ਉਹ ਅਡਿਕਟ ਹੋ ਕੇ ਗਲਤ ਪਾਸੇ ਚੱਲਣ ਲੱਗ ਪਈ। ਔਰ ਬਾਲੀਵੁੱਡ ਦਾ ਸਾਨੂੰ ਬਾਈਕਾਟ ਕਰਨ ਦੀ ਕੋਈ ਲੋੜ ਨਹੀਂ। ਸਾਡਾ ਬਾਲੀਵੁੱਡ ਬਹੁਤ ਪਿਆਰਾ ਹੈ। ਔਰ ਈਵਨ ਹੁਣ ਤਾਂ ਸਾਡੇ ਕਲਾਕਾਰ ਨੇ, ਚਾਹੇ ਤੁਸੀਂ ਬਿਗ ਬੌਸ ਦੀ ਗੱਲ ਲੈ ਲਓ, ਉਹ ਵੀ ਹਰ ਇੱਕ ਐਪੀਸੋਡ ਦੇ ਵਿੱਚ ਹਰ ਸਾਲ ਚਾਹੁੰਦੇ ਆ 2-3 ਪੰਜਾਬੀ ਸੈਲੈਬ੍ਰਿਟੀਜ਼ ਹੋਣ। ਪਿਛਲੇ ਸਾਲ ਸ਼ਹਿਨਾਜ਼ ਸੀਗੀ, ਹਿਮਾਂਸ਼ੀ, ਔਰ ਐਤਕੀ ਸਾਰਾ ਜੀ ਨੂੰ ਕਾਲ ਆਈ ਹੈ ਉਹਨਾਂ ਦੀ। ਔਰ ਉਹ ਵੀ ਚਾਹੁੰਦੇ ਆ ਕਿ ਪਤਾ ਪੰਜਾਬੀਆਂ ਦੀ ਵੈਲਿਊ ਕੀ ਹੈ। ਔਰ ਈਵਨ ਤੁਸੀਂ ਜਾਨੀ ਵੀ ਪ੍ਰੈਕ ਦੇ ਗਾਣੇ ਦੇਖ ਲਓ, ਬਾਲੀਵੁੱਡ ਦੇ ਜਾ ਰਹੇ ਹੈ। ਔਰ ਮੂਵੀਜ਼ ਦੇ ਵਿੱਚ ਜੱਸੀ ਵੀਰਾ, ਦਿਲਜੀਤ ਬ੍ਰਦਰ, ਐਮੀ, ਹਾਰਡੀ ਹੌਲੀ ਹੌਲੀ ਆ ਰਹੇ ਹੈ। ਬਾਈਕਾਟ ਸਾਨੂੰ ਕਰਨ ਦੀ ਲੋੜ ਨਹੀਂ। ਹਾਂ, ਸੋ ਬਾਈਕਾਟ ਬਾਲੀਵੁੱਡ ਨੂੰ ਨਹੀਂ ਕਰਦੇ, ਕੰਗਨਾ ਨੂੰ ਬਾਈਕਾਟ ਕਰ ਸਕਦੇ ਆ ਪੰਜਾਬ ਇੰਡਸਟਰੀ 'ਚ? ਬਿਲਕੁਲ। ਜੇ ਉਹ ਇੱਦਾਂ ਦੇ ਉਹਦੇ ਹਾਲਾਤ ਰਹੇ ਕਿਸਾਨਾਂ ਦੇ ਖਿਲਾਫ, ਜਦੋਂ ਗੱਲ ਕਿਸਾਨਾਂ ਦੀ ਆਉਂਦੀ ਹੈ ਫਿਰ ਤਾਂ ਸਾਡਾ ਦਿਲ ਤਾਂ ਟੁੱਟ ਗਿਆ ਨਾ, ਹੈ ਨਾ। ਫਿਰ ਆਪਾਂ ਉਹਨੂੰ ਸਪੋਰਟ ਨਹੀਂ ਕਰਾਂਗੇ। ਮੈਂ ਆਪਣੀ ਪਰਸਨਲੀ ਗੱਲ ਕਰ ਰਿਹਾ ਕਿ ਜੇ ਉਹ ਮਾਫੀ ਨਹੀਂ ਮੰਗਦੇ ਕਿਸਾਨਾਂ ਤੋਂ, ਮੇਰਾ ਦਿਲ ਮੰਨੇਗਾ ਨਹੀਂ। ਮੈਂ ਕਿੱਦਾਂ ਸਪੋਰਟ ਕਰਾਂ ਉਹਨੂੰ ਜੇ ਉਹ ਸਾਨੂੰ ਆਤੰਕਵਾਦੀ ਦੱਸ ਰਹੀ ਹੈ? ਜੇ ਤੁਹਾਨੂੰ ਕੋਈ ਕਹੇ, ਤੁਸੀਂ ਆਪ ਸੋਚ ਕੇ ਦੇਖੋ, ਤੁਹਾਡਾ ਦਿਲ ਕਰੇਗਾ ਸਪੋਰਟ ਕਰਨ ਨੂੰ? ਆਈ ਥਿੰਕ ਨਹੀਂ ਕਰੋ। ਸੋ ਹਰ ਵਾਰ ਜਿਹੜਾ ਆ ਤੁਸੀਂ ਸਿਰਫ ਆਪਣੇ ਕੰਮ ਦੇ ਕੰਮ ਨਾਲ ਕੰਮ ਰੱਖਦੇ ਹੋ, ਆਪਣਾ ਸਿਰਫ ਜੋ ਹੈ ਚੰਗੇ ਗਾਣੇ ਕੱਢਦੇ ਹੋ। ਬਟ ਇਸ ਵਾਰ ਕਿਤੇ ਨਾ ਕਿਤੇ ਗੱਲ ਕਿਸਾਨਾਂ ਦੀ ਸੀਗੀ ਤਾਂ ਤੁਸੀਂ ਸਾਹਮਣੇ ਆਏ। ਅਤੇ ਬੈਸਟ ਪਾਰਟ ਮੈਨੂੰ ਇਹ ਲੱਗਿਆ ਕਿ ਤੁਹਾਡਾ ਜਿਹੜਾ ਪ੍ਰੋਫੈਸ਼ਨ ਆ ਐਜ਼ ਅ ਸਿੰਗਰ, ਤੁਸੀਂ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਇੱਕ ਗਾਣਾ ਵੀ ਕੱਢਿਆ। ਸੋ ਉਹਦੇ 'ਤੇ ਬਿਲਕੁਲ ਜੀ, ਪਰਸੋਂ ਇੱਕ ਗਾਣਾ ਰਿਲੀਜ਼ ਕੀਤਾ ਸੀਗਾ, ਧਰਨਾ। ਇਸ ਤੋਂ ਪਹਿਲਾਂ ਸਾਡੇ ਮੋਸਟਲੀ ਆਪਾਂ ਕਮਰਸ਼ੀਅਲ ਗਾਣੇ ਕਰਦੇ ਰਹਿੰਦੇ ਹਾਂ। ਹੱਥ ਮਹਿਕਮਾ ਆਇਆ ਸੀਗਾ, ਗੋਰੇ ਜੱਟ ਵਧੀਆ ਰਿਹਾ, ਔਰ ਚੇਤੇ ਕਰਦਾ ਰਿਟਰਨ, ਬੈਕ ਟੂ ਬੈਕ ਆਏ ਨੇ। ਪਰ ਸਾਨੂੰ ਪਰਸਨਲੀ ਲੱਗਿਆ ਕਿ ਆਪਣੀ ਕਮਿਊਨਿਟੀ ਨੂੰ ਸਪੋਰਟ ਕਰਨਾ ਚਾਹੀਦਾ। ਧਰਨਾ ਗਾਣਾ ਕਾਫੀ ਸਾਰਾ ਨੂੰ ਲੋਕ ਪਿਆਰ ਦੇ ਰਹੇ। ਐਕਚੁਅਲੀ ਉਹ ਗਾਣਾ ਸੀਗਾ ਟੂ ਮੋਟੀਵੇਟ ਐਂਡ ਸਪੋਰਟ ਫਾਰਮਰਸ। ਅਤੇ ਮੈਂ ਚਾਹਾਂਗਾ 2 ਲਾਈਨਾਂ ਡੇਲੀ ਪੋਸਟ ਦੇ ਰਾਹੀਂ ਮੈਂ ਰੂਬਰੂ ਕਰਾਂ ਤੁਹਾਡੇ। ਪੁੱਤਾਂ ਵਾਂਗੂ ਪਾਲ ਕੇ ਫਸਲ ਨਹੀਂ ਉਹ ਵਿਕਦੀ, ਰੋਲ ਤਾਂ ਕਿਸਾਨ ਸਾਲੀ ਹਜੇ ਵੀ ਨਾ ਟਿਕਦੀ। ਬਹਿ ਕੇ ਏਸੀ 'ਚ ਬਿਆਨ ਬਸ ਲਿਖਦੀ, ਕਹਿੰਦੀ ਛੱਡੋ ਜ਼ਿਮੀਦਾਰੋ ਬਿਨਾਂ ਗੱਲੋਂ ਮਰਨਾ। ਉਹ ਹੱਕ ਮਿਲਦਾ ਨਹੀਂ ਜਿੰਨਾ ਚਿਰ ਜ਼ਿਮੀਦਾਰਾਂ ਨੂੰ ਲੱਗੂ ਸੜਕਾਂ ਤੇ ਸਰਕਾਰ ਐਵੇਂ ਧਰਨਾ। ਇੱਕ ਵਾਰੀ ਹੌਲ ਸਾਰਿਆਂ ਨੂੰ ਪਾ ਦੇਵਾਂਗੇ, ਘਰ ਬਹਿ ਕੇ ਨਹੀਂ ਉਹ ਸਾਥੋਂ ਹੁਣ ਜਮਾ ਸਰਨਾ। ਇੱਕ ਵਾਰੀ ਹੌਲ ਸਾਰਿਆਂ ਨੂੰ ਪਾ ਦਿਆਂਗੇ, ਘਰ ਬਹਿ ਕੇ ਨਹੀਂ ਉਹ ਸਾਥੋਂ ਹੁਣ ਜਮਾ ਸਰਨਾ। ਤੁਹਾਡੇ ਦੀ ਤੁਸੀਂ ਗੱਲ ਕਹੀ 25 ਜਿਹੜਾ ਸਤੰਬਰ ਆ ਰਿਹਾ, ਕਿਸਾਨ ਜਿਹੜਾ ਆ ਪੰਜਾਬ ਬੰਦ ਕਰਨ ਦੀ ਗੱਲ ਕਰ ਰਿਹਾ। ਸੋ ਉਹ ਕਿਤੇ ਨਾ ਕਿਤੇ ਤੁਹਾਨੂੰ ਕੀ ਕਹੋਗੇ ਉਸ 'ਤੇ, ਕਿੰਨਾ ਸਹੀ ਆ? ਐਕਚੁਅਲੀ ਜਦੋਂ ਕਿਸੇ ਦਾ ਦੁੱਖ ਦਰਦ ਕੋਈ ਸੁਣਨ ਵਾਲਾ ਨਹੀਂ ਹੈਗਾ ਤਾਂ ਉਹਦੇ ਕੋਲ ਕੋਈ ਰਸਤਾ ਨਹੀਂ ਬਚਦਾ ਕਿ ਮੈਂ ਇੱਕ ਹੈਗਾ ਮੈਂ ਨਾਅਰੇ ਮਾਰਾਂ ਜਾ ਕੇ, ਜੇ ਸੁਣ ਲੈ ਜਾਣ ਤਾਂ ਵਧੀਆ ਗੱਲ ਹੈ। ਪਹਿਲੀ ਗੱਲ ਹੈ ਬੰਦਾ ਪਾਰਲੀਮੈਂਟ ਦੇ ਵਿੱਚ ਗੱਲ ਕਰਦਾ, ਉੱਥੇ ਨਾ ਸੁਣੀ ਜਾਵੇ। ਜਿਹੜੇ 2-3 ਗੱਲਾਂ ਮੈਂ ਪਹਿਲਾਂ ਕਹੀਆਂ ਕਿ ਹੁਣ ਜ਼ਿਮੀਦਾਰਾਂ ਨੂੰ ਡਰ ਹੈਗਾ ਕਿ ਜਦੋਂ ਦੁੱਖ ਸੁੱਖ ਦਾ ਸਾਥੀ ਆੜਤੀ ਵਿੱਚੋਂ ਖਤਮ ਹੋ ਗਿਆ, ਪੈਸਾ ਕਿਹਦੇ ਕੋਲੋਂ ਲੈ ਆਂਗੇ। ਹੁਣ MSP ਦਾ ਬਿੱਲ ਦੇ ਵਿੱਚ ਰਿਟਨ ਦੇ ਵਿੱਚ ਕਿਤੇ ਜ਼ਿਕਰ ਨਹੀਂ ਹੈਗਾ। ਸੋਸ਼ਲ ਮੀਡੀਆ 'ਤੇ ਸਿਰਫ ਅਪਡੇਟ ਪਾਤੀ, ਉਹਦੇ ਨਾਲ ਢਿੱਡ ਨਹੀਂ ਭਰਦਾ ਕਿਸੇ ਦਾ। ਕੱਲ੍ਹ ਨੂੰ ਕੁਛ ਪ੍ਰੋਬਲਮ ਆਉਂਦੀ ਹੈ ਤਾਂ ਇੱਕ ਟਵੀਟ ਨਾਲ ਕੁਛ ਨਹੀਂ ਹੋਣਾ, ਹੈ ਨਾ। ਇਸ ਕਰਕੇ ਮੈਂ ਸਪੋਰਟ ਕਰ ਰਿਹਾ ਇਸ ਬੰਦ ਨੂੰ ਵੀ, ਕਿਸਾਨਾਂ ਦੇ ਹੱਕ ਦੀ ਜਿੱਥੇ ਵੀ ਗੱਲ ਆਉਂਦੀ ਹੈ ਇਨ ਫਿਊਚਰ ਦੇ ਵਿੱਚ ਵੀ, ਕਿਉਂਕਿ ਆਪਾਂ ਆਪ ਕਿਸਾਨ ਆ, ਆਪਾਂ ਤਨ ਮਨ ਧਨ ਤੋਂ ਹਰ ਐਂਗਲ ਤੋਂ ਆਪਾਂ ਸਪੋਰਟ ਕਰਦੇ ਹਾਂ। ਕੀ ਲੱਗਦਾ ਹੁਣ ਕੇਂਦਰ ਸਰਕਾਰ ਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ ਪੰਜਾਬ ਦੇ ਕਿਸਾਨਾਂ
ਬਿਲਕੁਲ ਸੈਂਟਰ ਗਵਰਨਮੈਂਟ ਵੀ ਆਪਣੇ ਪੱਖੋਂ ਤਾਂ ਪੂਰੀ ਕੋਸ਼ਿਸ਼ ਕਰ ਰਹੀ ਹੈ। ਆਈ ਥਿੰਕ ਕੋਈ ਪਾਰਟੀ ਨਹੀਂ ਚਾਹੇਗੀ ਕਿ ਉਹਦੀ VOTING ਦਾ ਨੁਕਸਾਨ ਹੋਵੇ। ਐਕਚੁਅਲੀ ਹੈ ਤਾਂ ਸਾਰਿਆਂ ਨੇ ਰਲ ਕੇ ਹੀ ਉਹਨਾਂ ਨੂੰ, ਉਹ ਸਾਰਿਆਂ ਦੇ ਸਾਂਝੇ ਨੇ ਪ੍ਰਾਈਮ ਮਿਨਿਸਟਰ ਨੇ, ਪਰ ਆਈ ਥਿੰਕ ਜਾਂ ਤਾਂ ਉਹ ਇਹਨੂੰ ਪੂਰਾ ਦੇਖ ਨਹੀਂ ਪਾ ਰਹੇ, ਇਹਦੇ ਖਤਰੇ ਨੇ, ਜਾਂ ਤਾਂ ਉਹ ਆਪ ਫਾਰਮਰ ਨਹੀਂ ਹੈਗੇ, ਇਸ ਕਰਕੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਪਰ ਮੈਂ ਪ੍ਰੈਕਟੀਕਲੀ ਦੱਸਣਾ ਚਾਹੁੰਦਾ ਕਿ MSP ਦਾ ਰਿਟਨ ਦੇ ਵਿੱਚ ਜ਼ਿਕਰ ਹੋ ਜੇ, ਸਾਰਾ ਰੌਲਾ ਖਤਮ ਹੋ ਜਾਣਾ, ਔਰ ਆੜਤੀ ਨਾ ਖਤਮ ਹੋਣ, ਇਹ ਵੀ ਸਿਸਟਮ ਨਾਲ ਨਾਲ ਚੱਲੇ। ਇਹ ਚੀਜ਼ਾਂ ਦੋ ਤਿੰਨ ਉਹ ਰਿਟਨ ਦੇ ਵਿੱਚ ਕਰ ਦੇਣ ਤਾਂ ਆਈ ਥਿੰਕ ਕੋਈ ਦਿੱਕਤ ਨਹੀਂ। ਥੈਂਕ ਯੂ ਰੇਸ਼ਮ ਜੀ, ਬਹੁਤ ਚੰਗਾ ਲੱਗਿਆ ਤੁਸੀਂ ਬਹੁਤ ਸ਼ਾਰਟ ਨੋਟਿਸ ਦੇ ਵਿੱਚ ਜਿਹੜਾ ਆ ਸਾਨੂੰ ਬੁਲਾਇਆ ਤੇ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸੋ ਮਚ। ਤੇ ਅੱਗੇ ਵੀ ਤੁਹਾਡੇ ਤੋਂ ਇਹੋ ਜਿਹਾ ਹੀ ਕਲੀਅਰ ਤੁਹਾਡੀ ਸਟੇਟਮੈਂਟ ਰਵੇ, ਅਸੀਂ ਆਹੀ ਉਮੀਦ ਕਰਦੇ ਆ, ਕਿਉਂਕਿ ਸ਼ਾਇਦ ਬਹੁਤ ਘੱਟ ਕਲਾਕਾਰ ਨੇ ਜਿਹੜੇ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ। ਬਿਲਕੁਲ ਜੀ, ਬਹੁਤ ਬਹੁਤ ਦਿਲੋਂ ਸ਼ੁਕਰੀਆ ਡੇਲੀ ਪੋਸਟ ਦਾ। ਹਮੇਸ਼ਾ ਹੀ ਡੇਲੀ ਪੋਸਟ ਅੱਛੇ ਟੈਲੈਂਟ ਨੂੰ, ਪੋਜ਼ਿਟਿਵਿਟੀ ਨੂੰ ਪ੍ਰਮੋਟ ਕਰਦੀ ਰਹੀ ਹੈ, ਔਰ ਸਾਡਾ ਫਰਜ਼ ਬਣਦਾ ਹੈ ਕਿ ਛੋਟੀ ਜਿਹੀ ਜ਼ਿੰਦਗੀ ਹੈ, ਜਿੰਨਾ ਚਿਰ ਹੈਗੇ ਆ ਪੋਜ਼ਿਟਿਵਿਟੀ ਨੂੰ ਪ੍ਰਮੋਟ ਕਰੀਏ। ਜਿੱਥੇ ਹੱਕ ਦੀ ਗੱਲ ਆਉਂਦੀ ਹੈ, ਉਹ ਇਕੱਲੇ ਕਿਸਾਨਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਆਪਾਂ ਉਸ ਧਰਤੀ ਤੋਂ ਬਿਲੋਂਗ ਕਰਦੇ ਹਾਂ ਜੋ ਇਨਜਸਟਿਸ, ਡਿਸਕ੍ਰਿਮੀਨੇਸ਼ਨ ਜਾਂ ਜਿੱਥੇ ਰੇਸਿਜ਼ਮ ਆਇਆ ਹੈ ਨਾ, ਉਹਦੇ ਖਿਲਾਫ ਹਮੇਸ਼ਾ ਹੀ ਆਪਣੇ ਸਰ ਬਲਿਦਾਨ ਕਰਦੇ ਆਏ ਆ। ਇਕੱਲੇ ਕਿਸਾਨੀ ਦੀ ਗੱਲ ਨਹੀਂ, ਦੁਨੀਆ 'ਤੇ ਇਨਸਾਨੀਅਤ 'ਤੇ ਜਿੱਥੇ ਵੀ ਭੀੜ ਪੈਂਦੀ ਹੈ, ਸਾਡਾ ਫਰਜ਼ ਬਣਦਾ ਹੈ ਉਹਨੂੰ ਸਪੋਰਟ ਕਰੀਏ, ਜੇ ਗਲਤ ਹੋ ਰਿਹਾ ਉਹਨੂੰ ਅਪੋਜ਼ ਕਰੀਏ। ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਲਈ। ਜਿੱਥੇ ਮੁੱਦਾ ਹੁਣ ਪੋਲੀਟੀਕਲ ਤੋਂ ਸੈਲੀਬ੍ਰਿਟੀਜ਼ ਵੱਲ ਆ ਗਿਆ ਹੈ ਤੇ ਹਰ ਕੋਈ ਆਪਣੀ ਰਾਏ ਦੇ ਰਿਹਾ ਹੈ, ਸੋ ਉਮੀਦ ਕਰਦੇ ਆ ਕਿ ਇਸ 'ਤੇ ਸਰਕਾਰ ਇਵੈਂਚੁਅਲੀ ਇੱਕ ਚੰਗਾ ਫੈਸਲਾ ਲਊਗੀ ਜੋ ਸਭ ਦੇ ਹਿੱਤ ਵਿੱਚ ਹੋਊਗਾ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸੋਨਾਲੀ ਨੇਗੀ, ਸਾਈਨਿੰਗ ਆਫ।